ਗੁਰੂ ਅਮਰਦਾਸ ਸਾਹਿਬ ਜੀ ਦੀ ਜਦੋਂ ਆਪਾਂ ਸਰੀਰਕ ਉਮਰ ਦੀ ਗੱਲ ਕਰੀਏ ਜਾਂ ਪ੍ਰਕਾਸ਼ ਦੀ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਬਾਨੀ, ਉਹਨਾਂ ਦਾ ਪਾਵਨ ਪ੍ਰਕਾਸ਼ ਹੋਇਆ 1469 'ਚ, ਅਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ ਉਹਨਾਂ ਤੋਂ 10 ਸਾਲ ਬਾਅਦ 1479 'ਚ ਹੋਇਆ। ਇੱਦਾਂ ਗੁਰੂ ਅਮਰਦਾਸ ਸਾਹਿਬ ਸਰੀਰਕ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 10 ਵਰ੍ਹੇ ਛੋਟੇ ਹਨ। ਵੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕੁੱਲ ਉਮਰ ਕਰੀਬਨ 70 ਸਾਲ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੁੱਲ ਉਮਰ ਕਰੀਬਨ 94 ਵਰ੍ਹੇ ਬਣਦੀ ਹੈ। ਹੁਣ ਵੇਖੋ, ਇਤਿਹਾਸ ਦਾ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਸਰੀਰਕ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ, 4 ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਮੌਜੂਦ ਹਨ, ਪਰ ਆਪਸ ਦੇ ਵਿੱਚ ਮਿਲਾਪ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 'ਚ ਹੋਇਆ, ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ 1479 'ਚ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ 1504 'ਚ ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 1534 'ਚ ਹੋਇਆ। ਗੁਰੂ ਨਾਨਕ ਦੇਵ ਮਹਾਰਾਜ 1539 'ਚ ਜੋਤੀ ਜੋਤ ਸਮਾਏ ਨੇ। ਕਹਿਣ ਦਾ ਭਾਵ ਉਦੋਂ ਪਹਿਲਾਂ ਸਰੀਰ ਕਰਕੇ 4 ਪਾਤਸ਼ਾਹੀਆਂ ਮੌਜੂਦ ਹਨ, ਪਰ ਗੁਰੂ ਕਿਹੜੇ ਨੇ ਪ੍ਰਥਮ? ਗੁਰੂ ਨਾਨਕ ਸਾਹਿਬ, ਕਿਉਂਕਿ ਜੋਤ ਉਹਨਾਂ ਦੇ ਅੰਦਰ ਵਰਤੀ। ਫਿਰ ਗੁਰੂ ਅੰਗਦ ਦੇਵ ਮਹਾਰਾਜ, ਫਿਰ ਗੁਰੂ ਅਮਰਦਾਸ, ਉਦੋਂ ਬਾਅਦ ਗੁਰੂ ਰਾਮਦਾਸ ਗੁਰਗੱਦੀ ਦੇ ਤਖਤ 'ਤੇ ਬਿਰਾਜਮਾਨ ਸੁਭਾਈਮਾਨ ਹੋਏ। ਕਰੀਬਨ 62 ਵਰ੍ਹਿਆਂ ਦੀ ਉਮਰ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਅਮਰਦਾਸ ਸਾਹਿਬ ਜੀ ਪਹੁੰਚੇ ਹਨ। ਔਰ ਉਹ ਪਹੁੰਚੇ ਕਿਵੇਂ ਹਨ? ਪਹਿਲਾਂ ਤਾਂ ਹਰ ਸਾਲ ਗੰਗਾ ਦੀ ਯਾਤਰਾ ਜਾਇਆ ਕਰਦੇ ਸਨ, ਕਿਉਂਕਿ ਹਿੰਦੂ ਪਰਿਵਾਰ 'ਚ ਜਨਮ ਹੋਇਆ ਸੀ ਅਤੇ ਜੋ ਪਰਿਵਾਰ 'ਚ ਚੱਲਦਾ ਸੀ ਉਸੇ ਰੀਤ ਨੂੰ ਇਹਨਾਂ ਨੇ ਅੱਗੇ ਤੋਰ ਤਾਂ ਭਾਵੇਂ ਦਿੱਤਾ, ਪਰ ਮਨ ਨੂੰ ਟਿਕਾ ਨਹੀਂ ਸੀ, ਮਨ ਨੂੰ ਚੈਨ ਨਹੀਂ ਸੀ, ਮਨ ਨੂੰ ਸ਼ਾਂਤੀ ਨਹੀਂ ਸੀ ਉਹਨਾਂ ਕਰਮਾਂ ਜਾਂ ਕਰਮ ਕਾਂਡਾਂ ਦੇ ਨਾਲ। ਮਨ ਕੁਝ ਹੋਰ ਭਾਲਦਾ ਸੀ। ਮਨ ਇੱਕ ਪਰਮ ਰਸ ਤੱਕ, ਪਰਮ ਆਨੰਦ ਤੱਕ ਪਹੁੰਚਣਾ ਚਾਹੁੰਦਾ ਸੀ, ਜਿਸ ਪਰਮ ਆਨੰਦ ਤੱਕ 62 ਸਾਲਾਂ ਦੇ ਕਰਮ ਕਾਂਡ ਵੀ ਨਹੀਂ ਪਹੁੰਚਾ ਸਕੇ। ਜਿਹੜੀ ਗੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹੀ ਹੈ, ਉਹ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਨਿਚੋੜ ਹੈ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ, ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕ। ਖੈਰ, ਅਮਰਦਾਸ ਸਾਹਿਬ ਬੜੀ ਵਾਰ ਗੰਗਾ ਦੀ ਯਾਤਰਾ ਗਏ, ਪਰ ਮਨ ਸੰਤੁਸ਼ਟ ਨਹੀਂ ਹੈ। ਇੱਕ ਮਹਾਤਮਾ ਦੀ ਇੱਦਾਂ ਹੀ ਸੰਗਤ ਮਿਲ ਗਈ ਅਤੇ ਉਹਦੇ ਨਾਲ ਗੱਲਾਂ ਬਾਤਾਂ ਕਰਦਿਆਂ ਜਦੋਂ ਅਮਰਦਾਸ ਸਾਹਿਬ ਨੇ ਇਹ ਦੱਸਿਆ ਕਿ ਮੈਂ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਹੈ, ਅਤੇ ਉਸ ਮਹਾਤਮਾ ਨੇ ਇਸ ਚੀਜ਼ ਦਾ ਬੜਾ ਬੁਰਾ ਮਨਾਇਆ ਕਿ ਨਿਗਰੇ ਦਾ ਤੇ ਨਾਂ ਲੈਣਾ ਵੀ ਮਾੜਾ, ਅਤੇ ਤੂੰ ਨਿਗਰਾ, ਅਤੇ ਤੇਰੀ ਨਿਗਰੇ ਦੀ ਸੰਗਤ ਕਰਕੇ ਤਾਂ ਮੇਰਾ ਵੀ ਜਨਮ ਭ੍ਰਿਸ਼ਟ ਹੋ ਗਿਆ। ਉਹਨੇ ਅਮਰਦਾਸ ਤੋਂ ਕਿਨਾਰਾ ਕਰ ਲਿਆ। ਇਹ ਚੀਜ਼ ਹੁਣ ਬਾਬਾ ਅਮਰਦਾਸ ਜੀ ਦੇ ਮਨ 'ਤੇ ਬੜੀ ਗਹਿਰੀ ਚੋਟ ਵੱਜੀ ਕਿ ਠੀਕ ਹੈ, ਕਰਮ ਤਾਂ ਆਪਣੀ ਜਗ੍ਹਾ 'ਤੇ, ਪਰ ਮੈਂ ਗੁਰੂ ਵਾਲਾ ਨਹੀਂ ਬਣਿਆ, ਅਤੇ ਹੋ ਸਕਦਾ ਹੈ ਜਿਹੜਾ ਆਨੰਦ ਅਤੇ ਪਰਮ ਰਸ ਮੈਂ ਚਾਹੁੰਦਾ ਹਾਂ ਉਹ ਤਾਂ ਹੀ ਪ੍ਰਾਪਤ ਨਾ ਹੋਇਆ ਹੋਵੇ, ਕਿਉਂਕਿ ਗੁਰੂ ਵਾਲਾ ਤਾਂ ਬਣਿਆ ਹੀ ਨਹੀਂ ਹਾਂ। ਮਨ ਬੜਾ ਬੇਚੈਨ, ਅਤੇ ਘਰ 'ਚ ਹਨ, ਰਾਤੀ ਨੀਂਦਰ ਵੀ ਨਹੀਂ ਆਉਂਦੀ ਹੈ, ਮਨ ਉਹਨਾਂ ਸੋਚਾਂ 'ਚ ਲੱਗਿਆ ਹੈ। ਅੰਮ੍ਰਿਤ ਵੇਲੇ ਦਾ ਸਮਾਂ, ਅਤੇ ਗੁਰੂ ਅਮਰਦਾਸ ਸਾਹਿਬ, ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਹਨ ਬੀਬੀ ਅਮਰੋ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਧੀ ਪੁੱਤਰੀ। ਹੁਣ ਵੇਖੋ, ਠੀਕ ਹੈ, ਸਮਾਜ ਅੰਦਰ ਕੁਝ ਈਰਖਾਲੂ ਲੋਕ ਜਾਂ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਬਰਾਬਰਤਾ ਵਾਲੀ ਬਿਰਤੀ ਨਹੀਂ ਹੈ, ਉਹ ਬਹੁਤ ਕੁਝ
ਇਸਤਰੀ ਪ੍ਰਤੀ ਕਹਿੰਦੇ ਹਨ। ਪਰ ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਮਹਾਰਾਜ ਨੇ ਕਿਹਾ ਸੋ ਕਿਉ ਮੰਦਾ ਆਖੀਆ ਜਿਤ ਜੰਮੈ ਰਾਜਾਨ। ਉਹ ਧੀ ਬੱਚੀ ਮਾੜੀ ਨਹੀਂ ਹੈ, ਉਹ ਤੇ ਰਾਜਿਆਂ ਮਹਾਰਾਜਿਆਂ ਦੀ ਜਨਨੀ ਹੈ। ਇਸ ਤੇ ਜਿਹੜੇ ਘਰ 'ਚ ਉਹਨੇ ਜਨਮ ਲਿਆ ਹੈ ਉਸ ਘਰ ਨੂੰ ਤੇ ਉਹ ਸਵਾਰਦੀ ਤੇ ਉਧਾਰਦੀ ਹੈ। ਉਹ ਨਾਲ ਜਿਹੜੇ ਘਰ ਵਿਆਹ ਕੇ ਜਾਂਦੀ ਹੈ ਉਸ ਘਰ ਦਾ ਵੀ ਪਾਰ ਉਤਾਰਾ ਕਰ ਦਿੰਦੀ ਹੈ। ਗੁਰੂ ਘਰ ਤੋਂ ਬੀਬੀ ਅਮਰੋ ਨੇ ਚੰਗੀ ਸਿੱਖਿਆ ਲਈ। ਉਹ ਸਿੱਖਿਆ ਨੂੰ ਆਪਣੇ ਸਹੁਰੇ ਘਰ ਵੀ ਨਾਲ ਲੈ ਕੇ ਗਏ। ਬਾਣੀ ਦੀ ਰੰਗਤ ਸੀ ਉਹਨਾਂ ਦੇ ਮਨ, ਉਹਨਾਂ ਦੇ ਜੀਵਨ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ, ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਅੰਦਰ ਕੋਈ ਰਸ ਹੋਵੇ ਉਹਦਾ ਬੋਲ ਦੂਜੇ ਤੇ ਅਸਰ ਕਰਦਾ, ਪ੍ਰਭਾਵ ਪਾਉਂਦਾ ਹੈ। ਅੱਜ ਅੰਮ੍ਰਿਤ ਵੇਲੇ ਦਾ ਸਮਾਂ ਬੀਬੀ ਅਮਰੋ ਬਾਣੀ ਪੜ੍ਹ ਰਹੇ ਨੇ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ। ਹੁਣ ਵੇਖੋ, ਇਹ ਪਹਿਲੀ ਵਾਰ ਕੋਈ ਬੀਬੀ ਅਮਰੋ ਉਦਣ ਬਾਣੀ ਨਹੀਂ ਸੀ ਪੜ੍ਹ ਰਹੇ। ਬਾਣੀ ਤਾਂ ਪਹਿਲਾਂ ਵੀ ਬੀਬੀ ਅਮਰ ਰੋਜ਼ ਪੜ੍ਹਿਆ ਕਰਦੇ ਸਨ, ਪਰ ਅਮਰਦਾਸ ਦਾ ਮਨ ਜਗਿਆਸੂ ਨਹੀਂ ਸੀ, ਮਨ ਨੂੰ ਪਿਆਸ ਨਹੀਂ ਸੀ, ਮਨ ਦਾ ਉਧਰ ਧਿਆਨ ਨਹੀਂ ਸੀ। ਆਵਾਜ਼ ਤਾਂ ਹੋ ਸਕਦਾ ਰੋਜ਼ ਕੰਨੀ ਪੈਂਦੀ ਹੋਵੇ, ਪਰ ਕਦੇ ਧਿਆਨ ਦੇ ਕੇ ਸੁਣਿਆ ਹੀ ਨਹੀਂ ਸੀ ਕਿ ਇਹ ਮੇਰੀ ਭਤੀਜ ਨੂੰ, ਮੇਰੀ ਧੀ ਕੀ ਪੜ੍ਹਦੀ ਹੈ। ਅੱਜ ਉਹ ਬਚਨਾਂ ਦਾ ਤੀਰ ਮਨ ਤੇ ਵੱਜਿਆ ਹੈ। ਜਦੋਂ ਥੋੜਾ ਧਿਆਨ ਦੇ ਕੇ ਬਾਣੀ ਨੂੰ ਸੁਣਿਆ, ਬੜਾ ਰਸ, ਬੜਾ ਆਨੰਦ ਆਇਆ। ਤੇ ਫਿਰ ਪੁੱਛਿਆ, ਧੀਏ ਇਹ ਕਿਹਦੇ ਬਚਨ ਤੂੰ ਪੜ੍ਹ ਰਹੀ ਹੈ? ਉਹਨਾਂ ਦੱਸਿਆ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਹੈ, ਜਿਨ੍ਹਾਂ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਸੁਭਾਏਮਾਨ ਹਨ। ਉੱਥੋਂ ਫਿਰ ਬੀਬੀ ਅਮਰੋ ਦੇ ਰਾਹੀਂ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ 'ਚ ਗਏ। ਕੁੜਮਚਾਰੀ ਨੂੰ ਸਾਹਮਣੇ ਨਹੀਂ ਰੱਖਿਆ, ਸੇਵਕ ਬਣ ਕੇ ਗੁਰੂ ਕੇ ਦਰਬਾਰ 'ਚ ਗਏ ਤੇ ਕਰੀਬਨ 11-12 ਸਾਲ ਬਜ਼ੁਰਗੀ ਦੀ ਉਮਰ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ। ਜਿਨ੍ਹਾਂ ਦੇ ਅੰਦਰ ਖਿੱਚ ਹੋਵੇ, ਤਾਂਗ ਹੋਵੇ, ਉਹ ਫਿਰ ਇਹ ਪਰਵਾਹ ਨਹੀਂ ਕਰਦੇ ਕਿ ਮੇਰਾ ਸਰੀਰ ਬਿਰਧ ਹੈ। ਜਿਵੇਂ ਭਾਈ ਵੀਰ ਸਿੰਘ ਨੇ ਬੜੇ ਪਿਆਰੇ ਬੋਲ ਲਿਖੇ ਹਨ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ। ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਇੱਕ ਚਾਹਨਾ ਸੀ, ਇੱਕ ਖਿੱਚ ਸੀ, ਇੱਕ ਪਿਆਸ ਸੀ ਅਮਰਦਾਸ ਦੇ ਅੰਦਰ। ਗੁਰੂ ਘਰ ਦੀ ਸੇਵਾ 'ਚ ਲੱਗੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਵਰਤੀਆਂ। ਅਮਰਦਾਸ ਨੂੰ ਉਹ ਆਨੰਦ ਸਕੂਨ ਮਿਲਿਆ ਜਿਹੜਾ 62 ਸਾਲਾਂ ਦੇ ਕਰਮ ਕਾਂਡਾਂ ਦੇ ਵਿੱਚੋਂ ਵੀ ਨਹੀਂ ਸੀ ਮਿਲਿਆ। ਸਤਿਗੁਰਾਂ ਨੇ ਤੁਰਟ ਕੇ ਵਡਿਆਈ ਬਖਸ਼ੀ, ਗੁਰਗੱਦੀ ਦੀ ਦਾਤ ਬਖਸ਼ੀ ਤੇ ਗੁਰੂ ਅਮਰਦਾਸ ਸਾਹਿਬ ਗੁਰਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ। ਉਹਨਾਂ ਨੇ ਫਿਰ ਆਪ ਆਪਣੇ ਜੀਵਨ ਦਾ ਅਨੁਭਵ ਸਾਨੂੰ ਦਰਸਾਇਆ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਰਮਕਾਂਡ ਪਹਿਲਾਂ ਵੀ ਬੜੇ ਕੀਤੇ ਸਨ, ਪਰ ਉਹ ਆਨੰਦ ਨਹੀਂ ਸੀ। ਉਹ ਪਹਿਲਾਂ ਕਰਮਕਾਂਡ ਕਿਹੜੇ ਕਰਦੇ ਸਨ? ਜਿਹੜੇ ਉਹਨਾਂ ਦੀ ਕੁੱਲ ਦੇ ਵਿੱਚ ਕਰਮਕਾਂਡ ਚੱਲਦੇ ਆ ਰਹੇ ਸਨ। ਹੁਣ ਤੁਮ ਸਿਓ ਜੋਰ ਅਵਰ ਸੰਗ ਤੋਰੀ ਵਾਲੀ ਜਦੋਂ ਬਿਰਤੀ ਬਣ ਗਈ, ਗੁਰੂ ਅੰਗਦ ਗੁਰੂ ਨਾਨਕ ਦੇ ਨਾਲ ਘਰ ਦੇ ਨਾਲ ਜਦੋਂ ਜੁੜ ਗਏ, ਉਧਰ ਦੇ ਕਰਮ ਕਾਂਡਾਂ ਵਾਲੇ ਪਾਸਿਓਂ ਮਨ ਨੂੰ ਤੋੜ ਦਿੱਤਾ। ਮਨ ਉਸ ਸਿਖਰ ਤੇ ਪਹੁੰਚ ਗਿਆ ਜਿੱਥੇ ਉਹ ਆਪ ਕਹਿੰਦੇ ਹਨ ਕਿ ਆਨੰਦ ਭਇਆ ਮੇਰੀ ਮਾਏ ਸਤ। ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਹੁਣ ਵੇਖੋ ਇਹ ਅਵਸਥਾ ਕਦੋਂ ਬਣੀ? ਜਦੋਂ ਗੁਰੂ ਜੋਤ ਅੰਦਰ ਵਰਤੀ, ਜਦੋਂ ਗੁਰੂ ਦੀ ਰਹਿਮਤ ਉੱਪਰ ਹੋ ਗਈ, ਫਿਰ ਉਹ ਇਸ ਅਵਸਥਾ ਤੇ ਪਹੁੰਚੇ। ਉਦੋਂ ਬਾਅਦ ਫਿਰ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਨਾਨਕ ਦੇ ਘਰ ਦੀਆਂ ਮਰਿਆਦਾਵਾਂ ਦਾ, ਪਰੰਪਰਾਵਾਂ ਦਾ, ਸਿਧਾਂਤਾਂ ਦਾ, ਬਾਣੀ ਦਾ ਅੱਗੇ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ ਤੇ ਗੁਰੂ ਨਾਨਕ ਜੀ ਦੇ ਸਿਧਾਂਤਾਂ ਨੂੰ ਹੋਰ ਦੂਰ ਦੂਰ ਤੱਕ ਫੈਲਾਉਣ ਦੇ ਲਈ ਉਹਨਾਂ ਨੇ ਬੜੇ ਸਿਸਟਮੈਟਿਕਲ ਤਰੀਕੇ ਦੇ ਨਾਲ ਅੱਗੇ ਪ੍ਰਚਾਰ ਪ੍ਰਸਾਰ ਕੀਤਾ। ਵੱਖ-ਵੱਖ ਪ੍ਰਚਾਰ ਦੇ ਕੇਂਦਰ ਸਥਾਪਿਤ ਕੀਤੇ, ਛੋਟੇ ਕੇਂਦਰ ਵੀ ਤੇ ਵੱਡੇ ਕੇਂਦਰ ਵੀ। ਕੇਂਦਰਾਂ ਤੋਂ ਅੱਗੇ ਉਪ ਕੇਂਦਰ ਉਹਨਾਂ ਨੇ ਸਥਾਪਿਤ ਕੀਤੇ, ਜਿਨ੍ਹਾਂ ਨੂੰ ਇਤਿਹਾਸ ਨੇ 22 ਮੰਜੀਆਂ ਤੇ 52 ਪੀੜ੍ਹੀਆਂ ਦਾ ਨਾਮ ਦਿੱਤਾ ਹੈ। 22 ਮੁੱਖ ਕੇਂਦਰ ਸਨ।
ਉਦੋਂ ਬਾਅਦ 52 ਉਪ ਕੇਂਦਰ ਸਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਕਿਰਪਾ ਕੀਤੀ, ਕਿਉਂਕਿ ਉਹ ਸਮਾਂ ਐਸਾ ਸੀ ਜਦੋਂ ਕੁਝ ਗੁਰੂ ਘਰ ਦੇ ਵਿਰੋਧੀ ਲੋਕ ਬਹੁਤ ਐਕਟਿਵ ਹੋ ਚੁੱਕੇ ਸਨ ਤੇ ਗੁਰਬਾਣੀ ਵਰਗੇ ਉਹਨਾਂ ਨੇ ਆਪਣੀਆਂ ਕਵਿਤਾਵਾਂ ਵੀ ਰਚਣੀਆਂ ਸ਼ੁਰੂ ਕੀਤੀਆਂ ਸਨ, ਜਿਸ ਕਰਕੇ ਸਤਿਗੁਰਾਂ ਨੂੰ ਇਹ ਵੀ ਸਮਝਾਉਣਾ ਪਿਆ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਔਰ ਨਾਲ ਦੂਜਾ ਪੱਖ ਵੀ ਉਹਨਾਂ ਨੇ ਕਿਹਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕੁਝ ਲੋਕ ਐਸੇ ਸਨ ਕਿਉਂਕਿ ਗੁਰੂ ਅਮਰਦਾਸ ਸਾਹਿਬ ਨੇ ਬੜੇ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਜਾਤ ਪਾਤ ਦੇ ਕੋੜ ਨੂੰ ਸਮਾਜ 'ਚੋਂ ਖਤਮ ਕਰਨ ਦੇ ਲਈ ਉਹਨਾਂ ਨੇ ਕਿਹਾ ਪਹਿਲਾਂ ਪੰਗਤ ਤੇ ਫਿਰ ਸੰਗਤ। ਹੁਣ ਵੇਖੋ ਅੱਜ ਦਾ ਸਮਾਂ ਬੜਾ ਬਦਲ ਚੁੱਕਿਆ ਹੈ। ਪਹਿਲਾਂ ਸਮਾਂ ਹੋਰ ਸੀ। ਅੱਜ ਆਪਾਂ ਕੇਵਲ ਸਰੀਰ ਦੀ ਭੁੱਖ ਨੂੰ ਬੜੀ ਅਹਿਮੀਅਤ ਦਿੰਦੇ ਹਾਂ। ਗੁਰੂ ਕੇ ਦੀਵਾਨ ਦਰਬਾਰ ਚੱਲਦੇ ਨੇ 2 ਘੰਟੇ 4 ਘੰਟੇ ਤੇ ਆਪਾਂ 5 7 20 50 ਬੰਦੇ ਬੈਠੇ ਹੁੰਦੇ ਆ, ਤੇ ਜਦੋਂ ਬਾਹਰ ਲੰਗਰ ਚੱਲਦਾ ਹੈ ਤੇ ਉਦੋਂ ਬੜਾ ਔਖਾ ਕਰ ਸਾਰਾ ਪ੍ਰਬੰਧ ਸੰਭਾਲਣਾ ਪੈਂਦਾ। ਪਤਾ ਨਹੀਂ ਕਿੱਧਰੋਂ ਹਜ਼ਾਰਾਂ ਦੀ ਭੀੜ ਪਹੁੰਚ ਜਾਂਦੀ। ਕਾਰਨ ਕੀ ਹੈ ਕਿ ਉਹ ਪ੍ਰਸ਼ਾਦੇ ਦੀ ਭੁੱਖ ਤਾਂ ਬੜੀ ਹੈ, ਲੰਗਰ ਦੀ ਭੁੱਖ ਤੇ ਸ਼ਬਦ ਬਾਣੀ ਤੇ ਗਿਆਨ ਦੀ ਭੁੱਖ ਨਹੀਂ ਹੈ ਅੱਜ। ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਵੇਖੋ ਉਧਰ ਦੇ ਲੰਗਰ ਨੂੰ ਘੱਟ ਤਵੱਜੋ ਦਿੱਤੀ ਜਾਂਦੀ ਸੀ। ਗਿਆਨ ਦੇ ਭੁੱਖੇ ਬਹੁਤੇ ਸਨ ਲੋਕ, ਤੇ ਜਿਨ੍ਹਾਂ ਦੇ ਮਨ ਅੰਦਰ ਕੋਈ ਜਾਤ ਪਾਤ ਦਾ ਕੋੜ ਸੀ, ਭਰਮ ਸੀ, ਉਹ ਵੀ ਗੁਰੂ ਦਰਬਾਰ ਦੇ ਵਿੱਚ ਆਇਆ ਕਰਦੇ ਸਨ ਗਿਆਨ ਲੈਣ ਦੇ ਲਈ, ਗਿਆਨ ਭਰਪੂਰ ਵਿਚਾਰਾਂ ਸੁਣਨ ਦੇ ਲਈ। ਤੇ ਉਹ ਲੋਕ ਪੰਗਤ 'ਚ ਨਹੀਂ ਬਹਿੰਦੇ ਸਨ ਕਿ ਉੱਥੇ ਤੇ ਨਾਲ ਸ਼ੂਦਰ ਵੀ ਬਹਿ ਕੇ ਖਾ ਰਹੇ ਹੁੰਦੇ, ਜਾਂ ਪਤਾ ਨਹੀਂ ਕਿਹੜਾ ਸ਼ੂਦਰ ਬਣਾ ਰਿਹਾ ਹੋਏਗਾ ਤੇ ਅਸੀਂ ਵੀ ਭਿੱਟੇ ਜਾਵਾਂਗੇ, ਕਿਉਂਕਿ ਉਹਨਾਂ ਦੇ ਮਨ 'ਚ ਜਾਤ ਪਾਤ ਦਾ ਭਰਮ ਸੀ। ਗੁਰੂ ਘਰ ਵਿਖੇ ਤੇ ਇਹ ਭਰਮ ਹੈ ਕੋਈ ਨਹੀਂ ਹੈ। ਉੱਥੇ ਫਿਰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਪਹਿਲਾਂ ਪੰਗਤ ਫਿਰ ਸੰਗਤ। ਤੇ ਜੇ ਆਪਾਂ ਅੱਜ ਇਹ ਚੀਜ਼ ਪੱਕੀ ਕਰ ਦਈਏ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ, ਫਿਰ ਤੇ ਪੰਗਤ 'ਚੋਂ ਹੀ ਸਾਰੇ ਘਰਾਂ ਨੂੰ ਪਰਤਦੇ ਜਾਣ, ਸੰਗਤ ਵਾਲੇ ਪਾਸੇ ਤੇ ਵਿਰਲੇ ਟਾਵੇਂ ਹੀ ਆਉਣ। ਉਹ ਸਮਾਂ ਵੇਖੋ ਸੰਗਤ 'ਚ ਆਉਣ ਦੇ ਲਈ ਮਹਾਰਾਜ ਨੇ ਇਹ ਚੀਜ਼ ਨੂੰ ਪੱਕਾ ਕਰ ਦਿੱਤਾ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ। ਤੇ ਇਹਦਾ ਕਾਰਨ ਕੀ ਸੀ ਇਸ ਚੀਜ਼ ਦਾ ਕਿ ਜਿਨ੍ਹਾਂ ਦੇ ਮਨ 'ਚ ਜਾਤ ਪਾਤ ਦਾ ਹੰਕਾਰ ਹੈ ਕਿ ਮੈਂ ਨੀਵੀਂ ਜਾਤੀ ਵਾਲੇ ਦੇ ਬਰਾਬਰ ਨਹੀਂ ਬਹਿਣਾ, ਉਹਨੂੰ ਇਹ ਦ੍ਰਿੜ ਕਰਨਾ ਕਿ ਇੱਥੇ ਕੋਈ ਨੀਵਾਂ ਨਹੀਂ ਹੈ, ਕੋਈ ਉੱਚਾ ਨਹੀਂ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ, ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿਣ ਦਾ ਭਾਵ ਕਿ ਜਾਤ ਪਾਤ ਦੇ ਕੋੜ ਨੂੰ ਖਤਮ ਕਰਨ ਦਾ ਗੁਰੂ ਅਮਰਦਾਸ ਜੀ ਨੇ ਉਦਮ ਕੀਤਾ, ਯਤਨ ਕੀਤਾ। ਉਦੋਂ ਬਿਨਾਂ ਸਾਡੇ ਸਮਾਜ ਅੰਦਰ ਇੱਕ ਹੋਰ ਬੜਾ ਵੱਡਾ ਕੋੜ ਸੀ। ਇੱਕ ਤੇ ਇਸਤਰੀ ਨੂੰ ਘੁੰਡ ਕੱਢਣ ਦੀ ਜਿਹੜੀ ਪਰੰਪਰਾ ਹੁਣੀ ਕੁਝ ਘਟੀ ਹੈ ਜਾਗ੍ਰਿਤੀ ਤੋਂ ਆਉਣ ਕਰਕੇ, ਉਸ ਸਮੇਂ ਬਹੁਤ ਜ਼ਿਆਦਾ ਸੀ। ਇਸਤਰੀ ਨੂੰ ਪਰਦੇ 'ਚ ਹੀ ਰਹਿਣਾ ਪੈਂਦਾ ਸੀ। ਗੁਰੂ ਮਹਾਰਾਜ ਨੇ ਇਹ ਘੁੰਡ ਪ੍ਰਥਾ ਦੇ ਵਿਰੁੱਧ ਵੀ ਕਿਹਾ ਕਿ ਨਹੀਂ, ਇੱਦਾਂ ਦਾ ਪਰਦਾ ਪ੍ਰਵਾਨ ਨਹੀਂ ਹੈ। ਫਿਰ ਇਸ ਪਤੀ ਨੇ ਮਰਨਾ ਤੇ ਪਤਨੀ ਨੂੰ ਜਿਉਂਦੀ ਨੂੰ ਚਿਖਾ ਤੇ ਸੁੱਟ ਕੇ ਸਾੜ ਦਿੱਤਾ ਜਾਂਦਾ ਸੀ, ਜਿਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ। ਪਤਨੀ ਮਰੇ ਤੇ ਪਤੀ ਨੂੰ ਦੂਜਾ ਵਿਆਹ ਕਰਾਉਣ ਦਾ ਵੀ ਹੱਕ, ਤੇ ਜੇ ਪਤੀ ਮਰ ਗਿਆ ਤੇ ਪਤਨੀ ਨੇ ਦੂਜਾ ਵਿਆਹ ਤਾਂ ਕੀ ਕਰਾਉਣਾ, ਉਹਨੂੰ ਜੀਣ ਤੱਕ ਦਾ ਹੱਕ ਨਹੀਂ ਸੀ। ਜਿਉਂਦਿਆਂ ਚਿਖਾ ਤੇ ਸੁੱਟ ਕੇ ਸਾੜ ਦਿੱਤਾ ਜਾਂਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਵੀ ਇਸ ਸਮਾਜ ਦੀ ਕੁਰੀਤੀ ਵਿਰੁੱਧ ਪ੍ਰਚਾਰ ਕੀਤਾ। ਤੇ ਜਦੋਂ ਸਤਿਗੁਰਾਂ ਦੀ ਮੁਲਾਕਾਤ ਹੋਈ ਅਕਬਰ ਬਾਦਸ਼ਾਹ ਦੇ ਨਾਲ, ਉਹਨੇ ਕਿਹਾ ਮਹਾਰਾਜ ਮੈਂ ਗੁਰੂ ਘਰ ਦੇ ਨਾਮ ਤੇ ਲੰਗਰਾਂ ਦੇ ਲਈ ਜ਼ਮੀਨ ਜਾਗੀਰ ਲਾਉਣਾ ਚਾਹੁੰਦਾ। ਮਹਾਰਾਜ ਕਹਿਣ ਲੱਗੇ ਸਾਨੂੰ ਗੁਰੂ ਨਾਨਕ ਦੇ ਘਰ ਦੇ ਲੰਗਰਾਂ ਨੂੰ ਕਿਸੇ ਜਾਗੀਰ ਦੀ ਲੋੜ ਨਹੀਂ। ਇਹ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੁਹਾਡੇ ਦਰਬਾਰ 'ਚ ਆਇਆ ਹਾਂ, ਕੋਈ ਨਾ ਕੋਈ ਸੇਵਾ ਤਾਂ ਦੱਸੋ। ਤੇ ਮਹਾਰਾਜ ਕਹਿਣ ਲੱਗੇ ਜੇ ਸੇਵਾ ਕਰਨੀ ਹੈ ਫਿਰ ਮਨੁੱਖਤਾ ਦੀ ਸੇਵਾ ਕਰ। ਵੇਖ ਤੇਰੀ ਹਕੂਮਤ ਤੇਰੇ ਰਾਜ ਅੰਦਰ ਕਿੱਦਾਂ ਧੱਕਾਜੋਰੀ ਹੁੰਦੀ ਪਈ ਹੈ। ਜਿਉਂਦੀਆਂ ਇਸਤਰੀਆਂ ਨੂੰ ਚਿਖਾ ਤੇ ਸੁੱਟ ਕੇ ਸਾੜਿਆ ਜਾ ਰਿਹਾ ਹੈ। ਜੇ ਕੁਝ ਕਰਨਾ ਹੈ ਤੇ ਇਹ ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ ਤਿਆਰ ਕਰੋ, ਇਹਨੂੰ ਸਖਤੀ ਦੇ ਨਾਲ ਸਮਾਜ ਦੀ ਇਸ ਕੁਰੀਤੀ ਨੂੰ ਖਤਮ ਕਰੋ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮਾਂ ਤੇ ਫਿਰ ਅਕਬਰ ਬਾਦਸ਼ਾਹ ਨੇ ਇਸ ਕੁਰੀਤੀ ਦੇ ਵਿਰੁੱਧ ਕਾਨੂੰਨ ਵੀ ਬਣਾਇਆ ਤੇ ਸਖਤੀ ਦੇ ਨਾਲ ਇਸ ਕੁਰੀਤੀ ਨੂੰ ਖਤਮ ਕਰਨ ਦਾ ਯਤਨ ਵੀ ਕੀਤਾ। ਸੋ ਇੱਦਾਂ ਦੇ ਬਹੁਤ ਕਾਰਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਅੰਦਰ ਕੀਤੇ। ਬਾਣੀ ਦਾ ਸੱਚ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਅਖੀਰ ਉਹ ਸਮਾਂ ਆਇਆ ਮਹਾਰਾਜ ਜੀ ਦਾ ਸਰੀਰ ਰੂਪੀ ਚੋਲਾ ਛੱਡਣ ਦਾ।
ਅੱਜ ਦੇ ਦਿਨ 2 ਦਿਨ ਪਹਿਲਾਂ ਮਹਾਰਾਜ ਨੇ ਗੁਰਗੱਦੀ ਦੀ ਦਾਤ ਭਾਈ ਜੇਠੇ ਨੂੰ ਦਿੱਤੀ ਹੈ। ਪਰਖਣ ਤੋਂ ਪ੍ਰੀਖਿਆ ਲੈਣ ਤੋਂ ਉਪਰੰਤ ਕੱਲ ਵੀ ਆਪਾਂ ਬਚਨ ਵਿਚਾਰੇ ਸਨ ਕਿ ਸਭ ਬਿਧ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਉਦੋਂ ਬਾਅਦ ਫਿਰ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ। ਗੁਰੂ ਅਮਰਦਾਸ ਮਹਾਰਾਜ ਨੇ ਜਿਉਂਦਿਆਂ ਤੇ ਜੀਵਨ ਦੀ ਸਾਨੂੰ ਮਰਿਆਦਾ ਤੇ ਦ੍ਰਿੜ ਕਰਵਾਈ। ਇਹ ਵੀ ਦ੍ਰਿੜ ਕਰਾਇਆ ਕਿ ਜੇ ਕੋਈ ਪ੍ਰਾਣੀ ਘਰ 'ਚ ਚੜ੍ਹਾਈ ਕਰਦਾ ਹੈ ਤੇ ਫਿਰ ਗੁਰਮਤ ਦੀ ਮਰਿਆਦਾ ਕੀ ਹੈ। ਔਰ ਦੂਜੇ ਨੂੰ ਉਪਦੇਸ਼ ਦੇਣਾ ਬੜਾ ਸੌਖਾ। ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਆਪਣੇ ਤੇ ਕਮਾਉਣ ਦੀ, ਤੇ ਮਹਾਰਾਜ ਨੇ ਫਿਰ ਉਹ ਚੀਜ਼ ਆਪਣੇ ਤੇ ਕਮਾ ਕੇ ਇਹ ਉਪਦੇਸ਼ ਦਿੱਤਾ। ਉਹ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਉਹ ਅਖੀਰਲੇ ਉਪਦੇਸ਼ਾਂ ਨੂੰ ਕਲਮਬੰਦ ਕੀਤਾ। ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ ਸਦ। ਉੱਥੇ ਬਚਨ ਅੰਕਿਤ ਹਨ ਕਿ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਉਹਨਾਂ ਕਿਹਾ ਹੁਣ ਅਸੀਂ ਜਾਣਾ, ਸਰੀਰ ਛੱਡਣਾ ਹੈ, ਪਰ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਕਿਸੇ ਨੇ ਰੋਣਾ ਨਹੀਂ ਹੈ, ਕਿਉਂਕਿ ਆਵਣ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੁੱਝ ਸਮਾਵਾਂਗੇ। ਠੀਕ ਹੈ, ਵਲਵਲੇ ਹੁੰਦੇ ਹਨ, ਕੁਝ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਆਪਣੇ ਆਪ ਅੰਦਰ ਤੋਂ ਪ੍ਰਗਟ ਹੁੰਦੀਆਂ ਹਨ। ਕੋਈ ਸਮਾਂ ਐਸਾ ਹੁੰਦਾ ਹੈ ਖੁਸ਼ੀ ਆਪਣੇ ਆਪ ਅੰਦਰ ਤੋਂ ਪ੍ਰਗਟ ਹੁੰਦੀ ਹੈ, ਕੋਈ ਸਮਾਂ ਐਸਾ ਹੁੰਦਾ ਹੈ ਗਮ ਰੋਣਾ ਆਪਣੇ ਆਪ ਅੰਦਰ ਤੋਂ ਪ੍ਰਗਟ ਹੁੰਦਾ ਹੈ। ਪਰ ਬਹੁਤ ਲੋਕ ਐਸੇ ਜਿਹੜੇ ਰੋਣ ਦਾ ਪਖੰਡ ਕਰਦੇ ਹਨ, ਬੜੇ ਲੋਕ ਐਸੇ ਹੁੰਦੇ ਹਨ, ਕਿਉਂਕਿ ਅਸਲ ਦੇ ਵਿੱਚ ਵੇਖੋ ਦੁੱਖ ਕੇਵਲ ਉਸੇ ਨੂੰ ਲੱਗਦਾ ਹੈ ਜਿਨ੍ਹਾਂ ਦੇ ਘਰ ਦਾ ਜੀ ਜਾ ਰਿਹਾ ਹੈ। ਬਾਕੀ ਡਰਾਮੇਬਾਜ਼ੀ ਕਰਨ ਵਾਲੇ ਜਿੰਨੇ ਮਰਜ਼ੀ ਕਰੇ ਜਾਣ। ਤੇ ਪੁਰਾਣੇ ਸਮਿਆਂ ਦੇ ਵਿੱਚ ਤੇ ਜਿਵੇਂ ਵਿਆਹ ਸਮੇਂ ਲੋਕ ਗਾਉਣ ਦੇ ਲਈ ਸੱਦਦੇ ਨੇ, ਕਿਸੇ ਦੀ ਮੌਤ ਹੁੰਦੀ ਸੀ ਨੈਣਾ ਨੂੰ ਰੋਣ ਦੇ ਲਈ ਵੀ ਸੱਦਿਆ ਜਾਂਦਾ ਸੀ। ਮਹਾਰਾਜ ਨੇ ਇਹਨਾਂ ਚੀਜ਼ਾਂ, ਇਹਨਾਂ ਕੁਰੀਤੀਆਂ ਤੋਂ ਸਾਨੂੰ ਬਾਹਰ ਕੱਢਿਆ ਕਿ ਇੱਦਾਂ ਦੇ ਡਰਾਮਿਆਂ ਪਖੰਡਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਬਾਕੀ ਅਵਰ ਮੂਏ ਕਿਆ ਰੋਈਆ ਜੋ ਆਪਾ ਥਿਰ ਨਾ ਰਹਾਏ। ਕੀ ਕਰਨਾ ਹੈ? ਮਹਾਰਾਜ ਕਹਿਣ ਲੱਗੇ ਮੈਂ ਪਿੱਛੇ ਕਰਿਓ ਕੀਰਤਨ ਕਰਿਓ ਨਿਰਵਾਣ ਜੀਓ, ਜਾਂ ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਨਾਮ ਪੜ੍ਹੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਭਾਵੇ। ਪਰਮਾਤਮਾ ਦੇ ਨਾਮ ਦੀ ਕੀਰਤੀ ਕਰਨੀ, ਕੀਰਤਨ ਕਰਨਾ, ਕਥਾ ਕਰਨੀ, ਰੱਬੀ ਸਿਮਰਨ ਦੇ ਵਿੱਚ ਜੁੜਨਾ, ਹੋਰ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ। ਇਹ ਉਪਦੇਸ਼ ਦਿੰਦੇ ਹੋਏ ਗੁਰੂ ਰਾਮਦਾਸ ਸਾਹਿਬ ਨੂੰ ਗੁਰਗੱਦੀ ਦੀ ਦਾਤ ਉਹਨਾਂ ਨੇ ਬਖਸ਼ੀ ਔਰ ਆਪ ਜੋਤੀ ਜੋਤ ਰਲੀ ਸੰਪੂਰਨ ਥੀ।